ਪੰਜਾਬ ਦੀਆਂ ਸਿਆਸੀ ਖਬਰਾਂ ਦੇ ਉੱਪਰ ਪੜਤਾਲ ਦੇ ਸਾਡੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਜਗਦੀਸ਼ ਸੰਧੂ। ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਅਸੀਂ ਕਾਂਗਰਸ ਦੀਆਂ ਸੂਬਾ ਸਰਕਾਰ ਦੀਆਂ ਸਰਗਰਮੀਆਂ ਤੇ ਗੱਲ ਕਰਾਂਗੇ। ਕਾਂਗਰਸ ਦੇ ਐਮਪੀਜ਼ ਦੀ ਮੀਟਿੰਗ ਹੋਈ ਸੀ, ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵਿਚਾਰ ਚਰਚਾ ਹੋਈ ਸੀ ਤੇ ਹੁਣ ਵਿਚਾਰ ਚਰਚਾ ਹੋਈ ਹੈ। ਸਕਰੀਨਿੰਗ ਕਮੇਟੀ ਦੀ ਮੀਟਿੰਗ ਹੋਈ ਹੈ। ਉਸ ਕਮੇਟੀ ਦੀ ਮੀਟਿੰਗ ਦੇ ਵਿੱਚ ਪੰਜਾਬ ਦੀ ਕਾਂਗਰਸ ਦੇ ਸਾਰੇ ਵੱਡੇ ਆਗੂ ਹਾਜ਼ਰ ਰਹੇ ਨੇ। ਉਸ ਤੋਂ ਬਾਅਦ ਗੱਲਬਾਤ ਕਰਾਂਗੇ ਅਰਵਿੰਦ ਕੇਜਰੀਵਾਲ ਦੇ ਪੰਜਾਬ ਦੌਰੇ ਦੀ ਤੇ ਗੱਲ ਕਰਾਂਗੇ ਸੀਐਮ ਚੰਨੀ ਦੇ ਨਾਲ। ਅਰਵਿੰਦ ਕੇਜਰੀਵਾਲ ਦਾ ਜੋ ਸਿਆਸੀ ਪੇਚਾ ਪਿਆ ਹੈ, ਸਿਆਸੀ ਤੌਰ ਤੇ ਦੋਨੋਂ ਆਗੂ ਇੱਕ ਦੂਜੇ ਦਾ ਵਿਰੋਧ ਕਰ ਰਹੇ ਨੇ, ਇੱਕ ਦੂਜੇ ਦੇ ਖਿਲਾਫ ਟਿੱਪਣੀਆਂ ਵੀ ਆ ਰਹੀਆਂ ਨੇ। ਇਸ ਮੁੱਦੇ ਤੇ ਵੀ ਗੱਲ ਕਰਾਂਗੇ। ਸਭ ਤੋਂ ਪਹਿਲਾਂ ਗੱਲ ਕਰਾਂਗੇ ਅੱਜ ਪੰਜਾਬ ਸਕਰੀਨਿੰਗ ਕਮੇਟੀ ਦੀ ਜਿਹੜੀ ਮੀਟਿੰਗ ਹੋਈ ਆ ਕਾਂਗਰਸ ਦੀ, ਉਸ ਤੇ ਗੱਲਬਾਤ ਕਰਾਂਗੇ। ਮੇਰੇ ਨਾਲ ਸਟੂਡੀਓ ਦੇ ਵਿੱਚ ਅੱਜ ਹਾਜ਼ਰ ਨਹੀਂ ਨੇ ਸਾਡੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ। ਤਬੀਅਤ ਉਹਨਾਂ ਦੀ ਨਾਸਾਜ਼ ਹੈ, ਇਸ ਕਰਕੇ ਉਹ ਘਰ ਤੋਂ ਹੀ ਸਿੱਧੇ ਸਾਡੇ ਨਾਲ ਜੁੜੇ ਨੇ। ਬਹੁਤ ਬਹੁਤ ਸਵਾਗਤ ਕਰਦੇ ਹਾਂ ਡੱਲਾ ਸਾਹਿਬ ਤੁਹਾਡਾ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਧੰਨਵਾਦ ਜਗਦੀਸ਼ ਜੀ, ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਲਈ ਬਹੁਤ ਬਹੁਤ ਧੰਨਵਾਦ ਜੀ। ਡੱਲਾ ਸਾਹਿਬ, ਅੱਜ ਸਭ ਤੋਂ ਪਹਿਲਾਂ ਗੱਲ ਕਰਾਂਗੇ ਪੰਜਾਬ ਕਾਂਗਰਸ ਦੇ ਵੱਡੇ ਆਗੂ ਆਪਸ ਵਿੱਚ ਮੀਟਿੰਗਾਂ ਕਰ ਰਹੇ ਨੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ। ਐਮਪੀਜ਼ ਦੀ ਮੀਟਿੰਗ ਹੋਈ ਸੀ, ਉਸ ਮੀਟਿੰਗ ਦੇ ਵਿੱਚ ਵੀ ਪੰਜਾਬ ਦੇ ਸੂਬੇ ਦੇ ਕਾਂਗਰਸ ਦੇ ਐਮਪੀਆਂ ਨੇ ਗੱਲਬਾਤ ਕੀਤੀ ਸੀ। ਅੱਜ ਸਕਰੀਨਿੰਗ ਕਮੇਟੀ ਦੀ ਮੀਟਿੰਗ ਹੋਈ ਹੈ, ਇਹਦੇ ਵਿੱਚ ਕੀ ਡਿਸੀਜਨ ਲਏ ਗਏ ਨੇ, ਕਿਹੜੇ ਮੁੱਦੇ ਦੇ ਉੱਪਰ ਖਾਸ ਤੌਰ ਤੇ ਚਰਚਾ ਕੀਤੀ ਗਈ ਹੈ? ਦੇਖੋ, ਕੱਲ ਹੋਈ ਹੈ ਸਕਰੀਨਿੰਗ ਕਮੇਟੀ ਦੀਆਂ ਮੀਟਿੰਗਾਂ। ਇਹ ਲਗਾਤਾਰ ਚੱਲਣ ਵਾਲਾ ਪ੍ਰੋਸੈਸ ਹੈ ਕਾਂਗਰਸ 'ਚ। ਕੱਲ ਸਕਰੀਨਿੰਗ ਕਮੇਟੀ ਦੀਆਂ ਬੈਠਕਾਂ ਹੋਈਆਂ ਨੇ। ਉਹਦੇ ਵਿੱਚ ਜਿਹੜੇ ਸਕਰੀਨਿੰਗ ਕਮੇਟੀ ਦੇ ਚੇਅਰਮੈਨ ਨੇ ਅਜੇ ਮਾਕਨ ਸਾਹਿਬ ਮੌਜੂਦ ਰਹੇ। ਉਹਦੇ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਜਿਹੜੇ ਨਵਜੋਤ ਸਿੰਘ ਸਿੱਧੂ ਮੌਜੂਦ ਰਹੇ। ਔਰ ਇਹ ਮੀਟਿੰਗਾਂ ਦੀ ਬਹੁਤ ਜ਼ਿਆਦਾ ਇੰਪੋਰਟੈਂਸ ਹੈ। ਅਸਲ ਦੇ ਵਿੱਚ ਕੀ ਹੈ, ਕਾਂਗਰਸ ਇਸ ਵਾਰ ਇਸ ਫਾਰਮੂਲੇ ਤੇ ਪਹੁੰਚੀ ਹੈ ਕਿ ਅਸੀਂ ਇੱਕ ਪਰਿਵਾਰ ਦੇ ਵਿੱਚ ਇੱਕੋ ਟਿਕਟ ਦੇਣੀ ਹੈ। ਇਹ ਬੜਾ ਜ਼ਰੂਰੀ ਸੀ। ਹਾਲਾਂਕਿ ਪਿਛਲੀ ਵਾਰੀ ਵੀ ਇਹ ਚੀਜ਼ਾਂ ਕਾਫੀ ਹੱਦ ਤੱਕ ਲਾਗੂ ਰਹੀਆਂ, ਪਰ ਫਿਰ ਵੀ ਕਈ ਪਰਿਵਾਰ ਸੀ ਜਿਨ੍ਹਾਂ ਨੇ ਕਾਫੀ ਇਸ ਗੱਲ ਦਾ ਇਤਰਾਜ਼ ਜਤਾਇਆ। ਪਰ ਨਵਜੋਤ ਸਿੰਘ ਸਿੱਧੂ ਵੀ ਇਸ ਗੱਲ ਤੇ ਖੜੇ ਸੀ ਕਿ ਅਸੀਂ ਪਰਿਵਾਰਵਾਦ ਦੇ ਖਿਲਾਫ ਆਪਣੀ ਗੱਲ ਰੱਖਣੀ, ਸੋ ਪਰਿਵਾਰਵਾਦ ਨੂੰ ਅਸੀਂ ਨਹੀਂ ਅੱਗੇ ਲੈ ਕੇ ਜਾਣਾ। ਹਾਲਾਂਕਿ ਜਦੋਂ ਨਵਜੋਤ ਸਿੰਘ ਸਿੱਧੂ, ਇਸ ਤੋਂ ਪਹਿਲਾਂ ਉਹਨਾਂ ਦੀ ਧਰਮ ਪਤਨੀ ਖੁਦ ਐਮਐਲਏ ਸੀ, ਇਸ ਵਾਰ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕਿਹਾ ਕਿ ਸਾਡੇ ਪਰਿਵਾਰ ਦੇ ਵਿੱਚੋਂ ਵੀ ਇੱਕ ਉਮੀਦਵਾਰ ਲੜੇਗਾ। ਸੋ ਮੈਨੂੰ ਲੱਗਦਾ ਇਹ ਚੰਗੀ ਉਹਨਾਂ ਨੇ ਸੇਧ ਦਿੱਤੀ ਹੈ ਕਿ ਪਰਿਵਾਰਵਾਦ ਨਹੀਂ ਹੋਣਾ ਚਾਹੀਦਾ। ਅਦਰਵਾਈਜ਼ ਕਾਂਗਰਸ 'ਚ ਸਿਆਸਤ ਦਾ ਵੱਡਾ ਜਿਹੜਾ ਕਾਰਨ ਹੈ ਨਾ ਜਗਦੀਸ਼ ਜੀ, ਉਹ ਪੁੱਤਰ ਪਿਆਰ ਹੈ। ਸਾਰਿਆਂ ਨੂੰ ਪੁੱਤਰਾਂ ਨਾਲ ਪਿਆਰ ਹੁੰਦਾ, ਪਰ ਉਹ ਸੂਬੇ ਦੀ ਜਿਹੜੇ ਸੰਸਕਾਰ ਹੈ ਉਹਨਾਂ ਦੇ ਉੱਤੇ ਨਹੀਂ ਹੋਣਾ ਚਾਹੀਦਾ। ਸਾਰਿਆਂ ਨੂੰ ਹੱਕ ਹੈ ਆਪਣੇ ਬੱਚਿਆਂ ਨੂੰ ਪਿਆਰ ਕਰਨ, ਪਰ ਉਹਦਾ ਮਤਲਬ ਇਹ ਨਹੀਂ ਵੀ ਜੇ ਬਾਪ ਐਮਐਲਏ ਹੈ ਤੇ ਪੁੱਤ ਨੂੰ ਵੀ ਐਮਐਲਏ ਬਣਾਉਣਾ ਹੈ, ਜੇ ਬਾਪ ਮੰਤਰੀ ਹੈ ਤੇ ਪੁੱਤ ਨੂੰ ਵੀ ਐਮਐਲਏ ਬਣਾਉਣਾ ਹੈ। ਹਾਂ, ਪਿਤਾ ਕੁਰਬਾਨੀ ਕਰੇ। ਅਗਰ ਪੁੱਤ ਨੂੰ ਐਮਐਲਏ ਬਣਾਉਣਾ ਹੈ ਤੇ ਬਾਪ 3 ਵਾਰ 2 ਵਾਰ 4 ਵਾਰ ਐਮਐਲਏ ਬਣ ਗਿਆ, ਫਿਰ ਆਪਣੀ ਟਿਕਟ 'ਚ ਆਪਣੀ ਸੀਟ ਛੱਡੇ। ਕਾਂਗਰਸ 'ਚ ਜਿਹੜੇ ਬਹੁਤੇ ਬਾਪ ਨੇ ਨਾ, ਕਾਂਗਰਸ ਦੇ ਲੀਡਰ, ਉਹਨਾਂ ਨੂੰ ਪੁੱਤਰਾਂ ਦਾ ਪਿਆਰ ਬਣਾ। ਉਹ ਕਹਿੰਦੇ ਨੇ ਵੀ ਲਓ ਜੀ, ਅਸੀਂ ਤਾਂ 3-3 4-4 ਵਾਰ ਐਮਐਲਏ ਬਣ ਗਏ ਆ, ਅਸੀਂ ਬੜੇ ਸੀਨੀਅਰ ਲੀਡਰ ਆ ਪਾਰਟੀ ਦੇ, ਅਸੀਂ 40 ਸਾਲਾਂ ਤੋਂ ਕਾਂਗਰਸ ਨਾਲ ਆ, ਅਸੀਂ 30 ਸਾਲਾਂ ਤੋਂ ਕਾਂਗਰਸ ਨਾਲ ਆ, ਇਸ ਕਰਕੇ ਸਾਡੇ ਪੁੱਤ ਨੂੰ ਵੀ ਟਿਕਟ ਮਿਲੇ। ਬੜੇ ਨੇ ਏਦਾਂ ਦੇ ਕਾਂਗਰਸ 'ਚ। ਔਰ ਕਾਂਗਰਸ ਦੀ ਹਾਈ ਕਮਾਂਡ ਨੇ, ਖਾਸ ਤੌਰ ਤੇ ਰਾਹੁਲ ਗਾਂਧੀ ਨੇ, ਪ੍ਰਿੰਕਾ ਗਾਂਧੀ ਨੇ, ਅਜੇ ਮਾਕਨ ਸਾਹਿਬ, ਨਵਜੋਤ ਸਿੰਘ ਸਿੱਧੂ, ਚਰਨਜੀਤ ਚੰਨੀ ਇਸ ਗੱਲ ਤੇ ਪਹੁੰਚੇ ਕਿ ਅਸੀਂ ਇੱਕ ਪਰਿਵਾਰ ਦੇ ਵਿੱਚ ਇੱਕੋ ਟਿਕਟ ਦੇਣੀ ਹੈ। ਇਹਦਾ ਫਾਇਦਾ ਹੋਊਗਾ, ਇਹਦੇ ਨਾਲ ਨਵੇਂ ਚਿਹਰੇ ਕਾਂਗਰਸ ਦੇ ਵਿੱਚ ਹੋਰ ਆਉਣਗੇ। ਔਰ ਜਿਹੜੇ ਬਾਪ ਨੇ, ਅਗਰ ਉਹ ਪੁੱਤਰਾਂ ਲਈ ਕੁਰਬਾਨੀ ਕਰਨ, ਦੇਖੋ ਆਮ ਤੌਰ ਤੇ ਤਾਂ ਹਰ ਬਾਪ ਪੁੱਤਰਾਂ ਲਈ ਕੁਰਬਾਨੀ ਕਰਦਾ, ਪਰ ਜਿਹੜੇ ਸਿਆਸੀ ਬਾਪ ਨੇ ਨਾ, ਉਹ ਘੱਟ ਕੁਰਬਾਨੀ ਕਰਦੇ ਨੇ। ਜਿਹੜੇ ਸਿਆਸੀ ਬਾਪ ਨੇ ਉਹ ਚਾਹੁੰਦੇ ਨੇ ਵੀ ਅਸੀਂ ਵੀ ਆਪਣੇ ਨਾਲ ਹੀ ਫਿੱਟ ਕਰ ਲਈਏ ਪੁੱਤਰ ਨੂੰ। ਦੇਖੋ, ਕੈਪਟਨ ਅਮਰਿੰਦਰ ਦੀ ਉਦਾਹਰਨ ਵੀ ਸਾਹਮਣੇ ਹੈ। ਕੈਪਟਨ ਅਮਰਿੰਦਰ ਨੇ ਆਪਣੇ ਪੁੱਤ ਨੂੰ ਪਹਿਲਾਂ ਐਮਪੀ ਬਣਾਉਣਾ ਚਾਹਿਆ, ਫਿਰ ਐਮਐਲਏ ਬਣਾਉਣਾ ਚਾਹਿਆ, ਲੇਕਿਨ ਕੈਪਟਨ ਅਮਰਿੰਦਰ ਆਪਣੇ ਪੁੱਤ ਨੂੰ ਪੋਲੀਟੀਕਲੀ ਸੈੱਟ ਨਹੀਂ ਕਰ ਸਕੇ। ਇਸੇ ਤਰ੍ਹਾਂ ਉਹ ਠੀਕ ਹੈ, ਕੈਪਟਨ ਅਮਰਿੰਦਰ ਦੇ ਪਰਿਵਾਰ 'ਚ ਤਾਂ ਉਹਨਾਂ ਦੀ ਧਰਮ ਪਤਨੀ ਨੂੰ ਵੀ ਕਾਂਗਰਸ ਨੇ ਟਿਕਟ ਦਿੱਤੀ, ਔਰ ਆਪਣੇ ਦਮ ਤੇ ਐਮਐਲਏ ਬਣਨਾ ਕਿਸੇ ਵੀ ਪੁੱਤ ਦੇ ਲਈ ਇਹ ਇਸ ਵਕਤ ਲਾਜ਼ਮੀ ਹੈ। ਸੋ ਇਸ ਕਰਕੇ ਉਹ ਆਪਣੇ ਜਿਹੜੇ ਬਾਪ ਨੇ ਉਹਨਾਂ ਦੀ ਇੱਜ਼ਤ ਵਧਾਉਣ, ਬਾਪ ਜਾਂ ਤਾਂ ਸੀਟ ਛੱਡਣ। ਬਹੁਤ ਸਾਰੇ ਲੀਡਰ ਨੇ ਜਿਨ੍ਹਾਂ ਦੇ ਪੁੱਤ ਟਿਕਟ ਮੰਗ ਰਹੇ ਨੇ। ਰਾਣਾ ਗੁਰਜੀਤ ਵੀ ਚਾਹੁੰਦੇ ਨੇ ਉਹਨਾਂ ਦਾ ਪੁੱਤ ਲੜੇ, ਕਿਉਂਕਿ ਮੈਂ ਸੁਲਤਾਨਪੁਰ ਲੋਧੀ ਪਿੱਛੇ ਜੇ ਗਿਆ ਸੀ, ਉੱਥੇ ਰਾਣਾ ਗੁਰਜੀਤ ਉਹਨਾਂ ਦੇ ਪੁੱਤ ਦੇ ਬੋਰਡ ਲੱਗੇ ਹੋਏ ਸੀ। ਇਸ਼ਤਿਹਾਰੀ ਬੋਰਡ ਲੱਗਣ ਦਾ ਮਤਲਬ ਇਹ ਹੋ ਜਾਂਦਾ ਕਿਤੇ ਨਾ ਕਿਤੇ ਕਿ ਉਹਨਾਂ ਦਾ ਪੁੱਤ ਵੀ ਸਿਆਸਤ 'ਚ ਆਉਣਾ ਚਾਹੁੰਦਾ ਹੈ। ਸੋ ਇਸ ਕਰਕੇ ਮੈਂ ਇਹ ਚਾਹੁੰਦਾ ਕਿ ਜਾਂ ਤਾਂ ਜਿਹੜੇ ਵੱਡੇ ਲੀਡਰ ਨੇ, ਜਿਵੇਂ ਰਾਣਾ ਗੁਰਜੀਤ ਹੈ, ਉਹ ਵੀ ਕਈ ਵਾਰ ਐਮਐਲਏ ਬਣ ਗਏ, ਮੰਤਰੀ ਨੇ, ਉਹ ਵੀ ਕੁਰਬਾਨੀ ਕਰਨ, ਆਪਣੀ ਸੀਟ ਛੱਡਣ ਕਾਂਗਰਸ 'ਚ ਆਪਣੇ ਪੁੱਤ ਲਈ। ਹੋਰ ਵੀ ਬੜੇ ਕਾਂਗਰਸ 'ਚ ਲੀਡਰ ਨੇ
ਜਿਹੜੇ ਆਪਣੇ ਪੁੱਤਾਂ ਲਈ ਟਿਕਟਾਂ ਛੱਡਣ, ਸੀਟਾਂ ਛੱਡਣ ਤੇ ਗੱਲ ਜਿਹੜੀ ਹੈ ਉਹ ਅੱਗੇ ਤੁਰੇ। ਪਰ ਕਾਂਗਰਸ ਦਾ ਇਹ ਫੈਸਲਾ ਚੰਗਾ ਹੈ ਕਿ ਇੱਕ ਪਰਿਵਾਰ 'ਚ ਇੱਕ ਟਿਕਟ। ਇਹਦੇ ਨਾਲ ਉਹ ਜਿੰਨੇ ਬਾਪ ਨੇ ਜਿਹੜੇ ਆਪਣੇ ਆਪ ਐਮਐਲਏ ਹੁੰਦੇ ਹੋਏ ਚਾਹੁੰਦੇ ਸੀ ਵੀ ਉਹਨਾਂ ਦਾ ਪੁੱਤ ਵੀ ਐਮਐਲਏ ਬਣ ਜੇ, ਉਹਨਾਂ ਦੇ ਸੁਪਨੇ ਜ਼ਰੂਰ ਟੁੱਟੇ ਆ ਜੀ। ਡੱਲਾ ਸਾਹਿਬ, ਆਪਾਂ ਸੂਬੇ ਦੀ ਸਿਆਸਤ ਤੇ ਗੱਲ ਕਰੀਏ ਜਾਂ ਫਿਰ ਪੂਰੇ ਦੇਸ਼ ਦੀ ਸਿਆਸਤ ਤੇ ਗੱਲ ਕਰ ਲਈਏ ਤਾਂ ਸ਼ੁਰੂ ਤੋਂ ਹੀ ਆਪਾਂ ਨਜ਼ਰ ਮਾਰੀਏ, ਆਜ਼ਾਦੀ ਤੋਂ ਬਾਅਦ ਤੋਂ ਹੀ ਕੁਝ ਖਾਸ ਸਿਆਸੀ ਪਰਿਵਾਰਾਂ ਦਾ ਕਬਜ਼ਾ ਰਿਹਾ ਸਿਆਸਤ ਦੇ ਉੱਪਰ। ਉਹਨਾਂ ਦੇ ਪੁੱਤ, ਉਹਨਾਂ ਦੇ ਭਤੀਜੇ, ਉਹਨਾਂ ਦੇ ਚਾਚੇ ਆਪਸ ਦੇ ਵਿੱਚ ਹੀ ਮਤਲਬ ਸਿਆਸਤ ਦੇ ਵਿੱਚ ਜਿਹੜੇ ਆ ਉਹ ਕਾਬਜ ਰਹੇ ਨੇ, ਚਾਹੇ ਐਮਪੀ ਹੋਣ ਜਾਂ ਐਮਐਲਏ ਹੋਣ ਜਾਂ ਹੋਰ ਪੋਲੀਟੀਕਲ ਅਹੁਦੇ ਹੋਣ। ਸੋ ਇਸ ਵਾਰ ਕਾਂਗਰਸ ਕਿਹੜੇ ਫਾਰਮੂਲੇ ਦੇ ਨਾਲ ਟਿਕਟਾਂ ਦੇ ਰਹੀ ਹੈ? ਕੀ ਕੰਮ ਦੇਖਿਆ ਜਾਏਗਾ ਕਾਂਗਰਸ ਦੇ ਵਰਕਰਾਂ ਦਾ ਜਾਂ ਆਗੂਆਂ ਦਾ ਕੰਮ ਦੇਖਿਆ ਜਾਏਗਾ, ਜਾਂ ਉਹਨਾਂ ਦੀ ਇਹ ਦੇਖਿਆ ਜਾਵੇਗਾ ਕਿ ਜਿੱਤਣ ਦੀ ਕਿੰਨੀ ਕੁ ਉਹਨਾਂ ਦੀ ਉਮੀਦ ਹੈ ਜਾਂ ਲੋਕਾਂ ਦੀ ਸਪੋਰਟ ਕਿੰਨੀ ਕੁ ਹੈ? ਕੀ ਦੇਖਿਆ ਜਾਏਗਾ ਟਿਕਟਾਂ ਦੇ ਵਿੱਚ? ਹੋ ਸਕਦਾ ਹੈ ਇਸ ਮੀਟਿੰਗ ਦੇ ਵਿੱਚ ਵੀ ਇਸ ਬਾਬਤ ਕੋਈ ਵਿਚਾਰ ਚਰਚਾ ਹੋਈ ਹੈ? ਵੀ ਦੇਖੋ, ਜਿਹੜੀਆਂ ਮੀਟਿੰਗਾਂ ਹੋ ਰਹੀਆਂ ਨੇ ਉਹਨਾਂ ਦੇ ਵਿੱਚ ਸਾਰੇ ਪਹਿਲੂਆਂ ਤੇ ਵਿਚਾਰ ਕੀਤਾ ਜਾ ਰਿਹਾ ਕਿ ਸਾਡੇ ਉਮੀਦਵਾਰ ਜਿੱਤਣਗੇ ਕਿਵੇਂ, ਵਿਨੇਬਿਲਿਟੀ ਦਾ ਫੈਕਟਰ, ਜਿੱਤਣ ਦਾ ਫੈਕਟਰ ਕੀ ਹੈ। ਔਰ ਕਾਂਗਰਸ ਇਸ ਵਾਰ ਇੱਕ ਸੰਤੁਲਿਤ ਟੀਮ ਦੇਣਾ ਚਾਹੁੰਦੀ ਹੈ ਜਿਹਦੇ ਚ ਤਜਰਬੇਕਾਰ ਲੀਡਰ ਵੀ ਨੇ, ਜਿਹਦੇ ਚ ਨੌਜਵਾਨ ਲੀਡਰ ਵੀ ਨੇ, ਜਿਹਦੇ ਚ ਔਰਤਾਂ ਨੂੰ ਵੀ ਚੰਗੀ ਰਿਪਰੈਜ਼ੈਂਟੇਸ਼ਨ ਮਿਲੇ। ਜਿਵੇਂ ਯੂਪੀ ਚ 40% ਹੈ, ਹੋ ਸਕਦਾ ਆਉਂਦੇ ਦਿਨਾਂ ਚ ਪੰਜਾਬ ਲਈ ਵੀ ਕੋਈ ਫਾਰਮੂਲਾ ਜਿਹੜਾ ਆ ਜੇ। ਸੋ ਕਾਂਗਰਸ ਇੱਕ ਸੰਤੁਲਿਤ ਟੀਮ ਪੰਜਾਬ ਚ ਦੇਣਾ ਚਾਹੁੰਦੀ ਹੈ ਕਿਉਂਕਿ ਮੁਕਾਬਲਾ ਇਸ ਵਕਤ, ਦੇਖੋ ਮੈਂ ਅੱਗੇ ਵੀ ਕਹਿੰਦਾ ਹੁੰਦਾ ਸੀ, ਮੇਰੀ ਗੱਲ ਦਾ ਲੋਕ ਭਰੋਸਾ ਨਹੀਂ ਸੀ ਕਰਦੇ। ਮੈਂ ਅੱਗੇ ਵੀ ਕਹਿੰਦਾ ਸੀ ਕਿ ਪੰਜਾਬ 'ਚ ਜਿਹੜਾ ਮੁਕਾਬਲਾ ਹੈ ਉਹ ਨਵਜੋਤ ਸਿੰਘ ਸਿੱਧੂ ਵਰਸਸ ਬੀਜੇਪੀ ਹੋਣਾ ਹੈ। ਪਰ ਤੁਸੀਂ ਅੱਜ ਅਗਰ ਪੰਜਾਬ 'ਚ ਹਾਲਾਤ ਵੇਖੋ ਤੇ ਹਾਲਾਤ ਇਸ ਤਰੀਕੇ ਦੇ ਬਣਨਗੇ ਪੰਜਾਬ 'ਚ ਕਿ ਮੁੱਖ ਮੁਕਾਬਲਾ ਨਵਜੋਤ ਸਿੰਘ ਸਿੱਧੂ ਔਰ ਬੀਜੇਪੀ ਦੇ ਵਿਚਾਲੇ ਹੋਣਾ ਹੈ। ਹਾਲਾਂਕਿ ਇਹ ਵੀ ਚਰਚਾਵਾਂ ਬੜੀਆਂ ਨੇ ਜਗਦੀਸ਼ ਜੀ ਕਿ ਕਾਂਗਰਸ ਦੇ ਕਈ ਲੀਡਰ ਨੇ ਜਿਹੜੇ ਉਹ ਬੀਜੇਪੀ 'ਚ ਜਾ ਸਕਦੇ ਨੇ, ਅਕਸਰ ਜਾਂਦੇ ਨੇ ਮੀਡੀਆ 'ਚ ਗੱਲ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗਾ, ਮਾਫੀ ਚਾਹਨਾ, ਮੀਡੀਆ 'ਚ ਬੜੀ ਗੱਲ ਇਹ ਚੱਲ ਰਹੀ ਹੈ ਕਿ ਮੋਦੀ ਸਾਹਿਬ ਹਿਮਾਚਲ ਪ੍ਰਦੇਸ਼ ਦੇ ਦੌਰੇ ਤੇ ਆ ਰਹੇ ਆ ਥੋੜੇ ਦਿਨਾਂ ਦੇ ਵਿੱਚ, ਤੇ ਕਾਂਗਰਸ ਦੇ ਜਿਹੜੇ 7-8 ਆਗੂ ਨੇ ਜਾਂ ਹੋਰ ਪਾਰਟੀਆਂ ਦੇ ਆਗੂ ਨੇ ਉਹ ਬੀਜੇਪੀ 'ਚ ਸ਼ਾਮਲ ਹੋ ਰਹੇ ਨੇ। ਸੋ ਇਸ ਤਰ੍ਹਾਂ ਦੀਆਂ ਗੱਲਾਂ ਵੀ ਸਰ ਮੀਡੀਆ ਦੇ ਵਿੱਚ ਉੱਠ ਰਹੀਆਂ ਨੇ। ਨਹੀਂ ਦੇਖੋ, ਇਹ ਸੋਸ਼ਲ ਮੀਡੀਆ ਤੇ ਗੱਲਾਂ ਬਹੁਤ ਆ ਰਹੀਆਂ ਨੇ। ਦੇਖੋ, ਸੱਚ ਦਾ ਪਤਾ ਉਦੋਂ ਲੱਗਦਾ ਹੁੰਦਾ ਜਦੋਂ ਸੱਚ ਘਟਦਾ ਹੈ, ਜਦੋਂ ਘਟਿਤ ਹੁੰਦਾ ਹੈ। ਹੁਣ ਮੋਦੀ ਸਾਹਿਬ ਨੇ ਹਿਮਾਚਲ ਪ੍ਰਦੇਸ਼ ਜਾਣਾ ਹੈ, ਇਹ ਤਾਂ ਮੈਨੂੰ ਪਤਾ ਲੱਗਿਆ 27 ਤਰੀਕ ਨੂੰ। ਹੋ ਸਕਦਾ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਪੰਜਾਬ ਵੀ ਆਉਣ। ਦੇਖੋ, ਉਹਨਾਂ ਦਾ ਵੀ ਸੂਬਾ ਹੈ, ਉਹ ਦੇਸ਼ ਦੇ ਪ੍ਰਧਾਨ ਮੰਤਰੀ ਨੇ, ਬੀਜੇਪੀ ਦਾ ਸੰਗਠਨ ਹੈ ਪੰਜਾਬ 'ਚ। ਜਦੋਂ ਮਰਜ਼ੀ ਨਰਿੰਦਰ ਮੋਦੀ ਪੰਜਾਬ 'ਚ ਰੈਲੀ ਕਰ ਸਕਦੇ ਨੇ ਔਰ ਇਹ 'ਚ ਕੋਈ ਦੋ ਰਾਏ ਨਹੀਂ। ਜਦੋਂ ਪ੍ਰਧਾਨ ਮੰਤਰੀ ਵਰਗਾ ਲੀਡਰ ਰੈਲੀ ਕਰਦਾ ਹੈ ਤੇ ਕੁਝ ਲੀਡਰ ਨੇ ਜਿਹੜੇ ਉਹ ਉਧਰ ਜਾ ਸਕਦੇ ਨੇ। ਹੁਣ ਕਾਂਗਰਸ ਦੇ ਕਿਹੜੇ ਲੀਡਰ ਜਾਣਗੇ ਇਹ ਤਾਂ ਨਹੀਂ ਮੈਂ ਕਹਿ ਸਕਦਾ। ਇਹ ਵੀ ਹੋ ਸਕਦਾ ਹੈ ਕਿ ਕਾਂਗਰਸ ਦੇ ਲੀਡਰਾਂ ਦੇ ਨਾਲ ਅਕਾਲੀ ਦਲ ਦੇ ਵੀ ਚਲੇ ਜਾਣ, ਆਮ ਆਦਮੀ ਪਾਰਟੀ ਦੇ ਵੀ ਚਲੇ ਜਾਣ। ਸੋ ਸਾਰੀਆਂ ਪਾਰਟੀਆਂ ਦੇ ਲੀਡਰ ਨੇ ਜਿਹੜੇ ਉਹ ਬੀਜੇਪੀ 'ਚ ਜਾ ਸਕਦੇ ਨੇ। ਚੋਣਾਂ ਤੋਂ ਪਹਿਲਾਂ ਅਜਿਹਾ ਹੁੰਦਾ, ਕੇਂਦਰ 'ਚ ਬੀਜੇਪੀ ਦੀ ਸਰਕਾਰ ਹੈ, ਪਹਿਲੇ ਸਮਿਆਂ 'ਚ ਵੀ ਹੁੰਦਾ ਰਿਹਾ। ਜਿਨ੍ਹਾਂ ਦੀ ਕੇਂਦਰ 'ਚ ਸਰਕਾਰ ਹੁੰਦੀ ਹੈ, ਵਕਤ ਤੇ ਸੂਬੇ ਦੇ ਲੀਡਰ ਜਦੋਂ ਆਪਣੇ ਸੂਬੇ ਤੋਂ ਨਾਰਾਜ਼ ਹੁੰਦੇ ਨੇ ਤੇ ਉਹ ਕੇਂਦਰੀ ਪਾਰਟੀ ਦੇ ਨਾਲ ਗੱਠਜੋੜ ਕਰ ਲੈਂਦੇ ਨੇ। ਸੋ ਇਸ ਵਾਰ ਵੀ ਕਾਂਗਰਸ ਦੇ ਕਈ ਲੀਡਰ ਜਾ ਸਕਦੇ ਨੇ। ਉਹਦਾ ਕੋਈ ਨੁਕਸਾਨ ਨਹੀਂ ਹੋਣਾ ਕਾਂਗਰਸ ਨੂੰ। ਉਹਦਾ ਕਿਉਂ? ਉਹਦਾ ਕਾਰਨ ਹੈ ਕਾਂਗਰਸ ਕੋਲੇ ਹਰ ਸੀਟ ਤੇ 2-2, 3-3 ਦਾਅਵੇਦਾਰ ਨੇ। ਜਗਦੀਸ਼ ਜੀ, ਇੱਕ ਕਾਂਗਰਸ ਪਾਰਟੀ ਹੋਈ ਹੈ ਜਿਹਦੇ ਕੋਲੇ ਹਰ ਸੀਟ ਤੇ 2-2, 3-3 ਦਾਅਵੇਦਾਰ ਨੇ। ਨਹੀਂ ਤਾਂ ਦੂਜੀਆਂ ਪਾਰਟੀਆਂ, ਹੁਣ ਬੀਜੇਪੀ ਤਾਂ ਪਹਿਲਾਂ 117 ਸੀਟਾਂ ਤੇ ਲੜੀ ਨਹੀਂ, ਬੀਜੇਪੀ ਕੋਲੇ ਤਾਂ 117 ਸੀਟਾਂ ਦੇ ਉਮੀਦਵਾਰ ਨਹੀਂ ਹੈ ਓਡੇ ਮਜ਼ਬੂਤ। ਇਸ ਕਰਕੇ ਕੁਝ ਚਿਹਰੇ ਦੂਜੀਆਂ ਪਾਰਟੀਆਂ ਤੋਂ ਅਗਰ ਚਲੇ ਜਾਂਦੇ ਨੇ ਉਹਦੇ ਨਾਲ ਬੀਜੇਪੀ ਮੁਕਾਬਲੇ 'ਚ ਰਹੂਗੀ। ਔਰ ਅਕਾਲੀ ਦਲ ਆਪਣੀਆਂ ਟਿਕਟਾਂ ਦੇ ਚੁੱਕਿਆ, ਅਕਾਲੀ ਦਲ ਕੋਲੇ ਵੀ ਉਮੀਦਵਾਰ ਹੈਗੇ ਨੇ। ਆਮ ਆਦਮੀ ਪਾਰਟੀ ਕੋਲੇ ਕ੍ਰਾਈਸਿਸ ਹੈ, ਆਮ ਆਦਮੀ ਪਾਰਟੀ ਕੋਲੇ ਵੀ ਉਮੀਦਵਾਰ ਨਹੀਂ ਹੈ। ਔਰ ਇਸ ਕਰਕੇ ਕਿਤੇ ਨਾ ਕਿਤੇ ਜਿਹੜਾ ਮੁੱਖ ਮੁਕਾਬਲਾ ਮੰਨਿਆ ਜਾ ਰਿਹਾ ਹੈ, ਜੋ ਮੈਨੂੰ ਲੱਗਦਾ ਹੈ ਕਿ ਕਾਂਗਰਸ ਮਤਲਬ ਨਵਜੋਤ ਸਿੰਘ ਸਿੱਧੂ ਔਰ ਬੀਜੇਪੀ, ਮੈਨੂੰ ਲੱਗਦਾ ਇਹਨਾਂ 'ਚ ਮੁਕਾਬਲਾ ਹੋਊਗਾ ਔਰ ਟੁੱਟ ਭੱਜ ਹੋਏਗੀ ਸਾਰੀਆਂ ਪਾਰਟੀਆਂ ਦੀ। ਲੀਡਰ ਇੱਧਰ ਉੱਧਰ ਪਾਰਟੀਆਂ ਬਦਲਣਗੇ, ਚੋਣਾਂ ਤੋਂ ਪਹਿਲਾਂ ਲੀਡਰ ਅਕਸਰ ਕਰਦੇ ਨੇ ਅਜਿਹਾ। ਜੀ ਬਿਲਕੁਲ ਡੱਲਾ ਸਾਹਿਬ, ਅੱਜ ਅਰਵਿੰਦ ਕੇਜਰੀਵਾਲ ਸਾਹਿਬ ਆਏ ਸੀਗੇ ਪੰਜਾਬ ਦੌਰੇ ਤੇ ਗੁਰਦਾਸਪੁਰ ਵਿਖੇ। ਕ੍ਰਿਸਮਸ ਦੀ ਉਹਨਾਂ ਨੇ ਵਧਾਈ ਦਿੱਤੀ ਹੈ ਕ੍ਰਿਸਚੀਅਨ ਭਾਈਚਾਰੇ ਨੂੰ। ਨਾਲ ਦੀ ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਉੱਪਰ ਵੱਡਾ ਤਿੱਖਾ ਸਿਆਸੀ ਹਮਲਾ ਕੇਜਰੀਵਾਲ ਉਹਨਾਂ ਨੇ ਕੀਤਾ ਹੈ। ਉਹ ਕਹਿ ਰਹੇ ਕਿ ਪੰਜਾਬ ਦੇ ਵਿੱਚ ਬੜੀ ਕਮਜ਼ੋਰ ਸਰਕਾਰ ਚੱਲ ਰਹੀ ਹੈ, ਸਰਕਾਰ ਫੈਸਲੇ ਨਹੀਂ ਲੈ ਪਾ ਰਹੀ ਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਵੀ ਬੜੇ ਵੱਡੇ ਸਵਾਲ ਖੜੇ ਕੀਤੇ। ਉਧਰ ਮੁੱਖ ਮੰਤਰੀ ਚੰਨੀ ਸਾਹਿਬ ਨੇ ਵੀ ਕੇਜਰੀਵਾਲ ਦੇ ਉੱਪਰ ਵੱਡਾ ਸਿਆਸੀ ਤੰਜ ਕੱਸਿਆ। ਸੋ ਦੋਨਾਂ ਆਗੂਆਂ ਦੀ ਹੁਣ ਸਿੱਧੀ ਜਿਹੜੀ ਸਿਆਸੀ ਮੁਕਾਬਲਾ ਉਹ ਦੇਖਣ ਨੂੰ ਮਿਲ ਰਿਹਾ। ਡੱਲਾ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਪਹਿਲੀ ਤਾਂ ਗੱਲ ਹੈ, ਮੈਂ ਅਰਵਿੰਦ ਕੇਜਰੀਵਾਲ ਸਾਹਿਬ ਦਾ ਭਾਸ਼ਣ ਸੁਣ ਰਿਹਾ ਸੀ। ਅਰਵਿੰਦ ਕੇਜਰੀਵਾਲ ਮਜੀਠੀਏ ਨੂੰ ਮਜੀਠੀਆ ਜੀ ਬੋਲੇ। ਇੱਕ ਵਿਅਕਤੀ 2017 ਤੋਂ ਪਹਿਲਾਂ
ਮਜੀਠੀਆ ਨੂੰ ਕਿਸ ਤਰ੍ਹਾਂ ਦੀ ਭਾਸ਼ਾ ਬੋਲਦਾ ਸੀ, ਬਾਅਦ ਦੇ ਵਿੱਚ ਮਾਫੀ ਮੰਗਣੀ ਪਈ ਤੇ ਮਾਫੀ ਤੋਂ ਬਾਅਦ ਦਾ ਮੈਂ ਅਸਰ ਦੇਖ ਰਿਹਾ ਕਿ ਕੇਜਰੀਵਾਲ ਸਾਹਿਬ ਵਿਕਰਮ ਮਜੀਠੀਆ ਨੂੰ ਮਜੀਠੀਆ ਜੀ ਕਹਿ ਰਹੇ ਨੇ। ਇਹਦਾ ਮਤਲਬ ਹੈ ਕਿ ਕਾਫੀ ਜ਼ਿਆਦਾ ਕਿਤੇ ਨਾ ਕਿਤੇ ਮਾਨਸਿਕ ਦਬਾਅ ਚ ਲੱਗ ਰਹੇ ਨੇ ਮੈਨੂੰ ਅਰਵਿੰਦ ਕੇਜਰੀਵਾਲ ਸਾਹਿਬ, ਕਿਉਂਕਿ ਮਾਫੀ ਜੋ ਮੰਗ ਲਈ ਲਿਖ ਕੇ, ਔਰ ਅਰਵਿੰਦ ਕੇਜਰੀਵਾਲ ਦੀ ਮਾਫੀ ਚਰਚਾ 'ਚ ਬੜੀ ਹੈ, ਇਸ਼ਤਿਹਾਰਾਂ 'ਚ ਛਪ ਰਹੀ ਹੈ, ਟਵਿੱਟਰ ਤੇ ਆ ਰਹੀ ਹੈ, ਅਖਬਾਰਾਂ 'ਚ ਛਪ ਰਹੀ ਹੈ ਮਾਫੀ। ਸੋ ਕੇਜਰੀਵਾਲ ਨੇ ਜਿਹੜੀ ਮਾਫੀ ਮੰਗੀ ਸੀ ਨਾ, ਉਹ ਸਭ ਤੋਂ ਵੱਡੀ ਚੁਣੌਤੀ ਬਣ ਗਈ ਅਰਵਿੰਦ ਕੇਜਰੀਵਾਲ ਦੇ ਰਾਹ 'ਚ, ਕਿਉਂਕਿ ਨਵਜੋਤ ਸਿੰਘ ਸਿੱਧੂ ਤਾਂ ਨਸ਼ਿਆਂ ਦੇ ਖਿਲਾਫ ਲੜਦਾ ਰਿਹਾ, ਕੇਜਰੀਵਾਲ ਸਾਹਿਬ ਮਾਫੀ ਮੰਗੇ। ਇਸ ਗੱਲ ਦਾ ਪੰਜਾਬ 'ਚ ਲੋਕਾਂ ਤੇ ਬਹੁਤ ਪ੍ਰਭਾਵ ਗਿਆ ਔਰ ਲੋਕ ਹੁਣ ਮਹਿਸੂਸ ਕਰਦੇ ਨੇ ਕਿ ਕੇਜਰੀਵਾਲ ਨੇ ਅਗਰ ਮਾਫੀ ਨਾ ਮੰਗੀ ਹੁੰਦੀ ਤਾਂ ਅੱਜ ਪੰਜਾਬ 'ਚ ਕੇਜਰੀਵਾਲ ਸਾਹਿਬ ਦੀ ਸਥਿਤੀ ਚੰਗੀ ਹੋਣੀ ਸੀ। ਦੂਸਰਾ, ਦਿੱਲੀ ਮਾਡਲ ਐਕਸਪੋਜ਼ ਹੋ ਗਿਆ। ਕੱਲ ਨਵਜੋਤ ਸਿੰਘ ਸਿੱਧੂ ਨੇ ਵੀ ਟਵੀਟ ਕੀਤਾ ਕਿ ਕਿਵੇਂ 34,000 ਕਰੋੜ ਕੇਂਦਰ ਸਰਕਾਰ ਵੱਲੋਂ ਦਿੱਤੇ ਜਾਂਦੇ ਨੇ ਦਿੱਲੀ ਦੀ ਸਰਕਾਰ। ਹੁਣ ਦਿੱਲੀ 'ਚ ਪੁਲਿਸ ਦਾ ਜਿਹੜਾ ਖਰਚਾ ਹੈ ਉਹ ਵੀ ਕੇਜਰੀਵਾਲ ਸਾਹਿਬ ਨੂੰ ਦਿੱਲੀ ਦੀ ਸਰਕਾਰ ਤੋਂ ਮਿਲਦਾ ਹੈ, ਮਿਊਨਿਸਪੈਲਿਟੀ ਦਾ ਬਹੁਤ ਵੱਡਾ ਖਰਚਾ ਮਿਲਦਾ ਹੈ, ਐਜੂਕੇਸ਼ਨ ਦਾ ਬਹੁਤ ਵੱਡਾ ਖਰਚਾ ਮਿਲਦਾ ਹੈ, ਹਸਪਤਾਲਾਂ ਦਾ ਬਹੁਤ ਵੱਡਾ ਖਰਚਾ ਮਿਲਦਾ ਹੈ। ਸੋ ਦਿੱਲੀ ਦੀ ਸਰਕਾਰ, ਮੈਂ ਅੱਗੇ ਕਹਿੰਦਾ ਹੁੰਦਾ, ਇੱਕ ਸੂਬਾ ਨਹੀਂ, ਮੈਂ ਦਿੱਲੀ ਨੂੰ ਸੂਬੀ ਮੰਨਦਾ। ਜਿਵੇਂ ਮਿਊਨਿਸਪਲ ਕਾਰਪੋਰੇਸ਼ਨ ਹੁੰਦੀ ਹੈ ਨਾ, ਮੈਂ ਇਹ ਦਰਜਾ ਦਊਂਗਾ ਵੀ ਉਹ ਇੱਕ ਮਿਊਨਿਸਪਲ ਕਾਰਪੋਰੇਸ਼ਨ ਵਰਗੀ ਸਰਕਾਰ ਹੈ। ਮੇਰੀ ਗੱਲ ਦਾ ਕੋਈ ਵੀ ਇਤਰਾਜ਼ ਨਾ ਕਰੋ, ਕਿਉਂਕਿ ਉਹਦਾ ਸਾਈਜ਼ ਛੋਟਾ ਹੈ। ਉਹ ਦਿੱਲੀ ਬਹੁਤ ਛੋਟੀ ਜੀ ਸੂਬੀ ਹੈ, ਆਬਾਦੀ ਬਹੁਤ ਹੈ ਦਿੱਲੀ 'ਚ, ਕਿਉਂਕਿ ਸਾਡੇ ਇੱਥੇ ਖੁੱਲੇ ਘਰ ਹੁੰਦੇ ਨੇ, ਇੱਕ ਪਿੰਡ 'ਚ 200 ਘਰ ਹੈ, ਉੱਥੇ 1000 ਗਾਚੀ ਇੱਕ ਪਿੰਡ ਬਣ ਜਾਂਦਾ ਹੈ, 1000 2000 4 ਏਕੜ 'ਚ ਉੱਥੇ ਪਿੰਡ ਬਣ ਜਾਂਦਾ ਹੈ, 4 ਏਕੜ 'ਚ ਸੈਂਕੜੇ ਮਕਾਨ ਬਣੇ ਹੁੰਦੇ ਨੇ, ਉੱਥੇ ਸੁਸਾਇਟੀਆਂ ਬਣੀਆਂ ਹੁੰਦੀਆਂ ਨੇ। ਇਸ ਕਰਕੇ ਫਰਕ ਹੈ ਦਿੱਲੀ ਦਾ ਤੇ ਪੰਜਾਬ ਦਾ। ਔਰ ਦੂਸਰਾ, ਕੇਜਰੀਵਾਲ ਸਾਹਿਬ ਦਾ ਮੈਂ ਭਾਸ਼ਣ ਸੁਣ ਰਿਹਾ ਸੀ, ਕਿਤੇ ਕਿਤੇ ਮੈਨੂੰ ਕੈਪਟਨ ਅਮਰਿੰਦਰ ਦੀ ਤਰਜ਼ ਤੇ ਸਿਆਸਤ ਕਰਦੇ ਨਜ਼ਰ ਆਉਂਦੇ ਨੇ। ਦੇਖੋ, ਕੈਪਟਨ ਅਮਰਿੰਦਰ ਨੇ ਤਾਂ ਪੰਜਾਬ ਦੇ ਲੋਕਾਂ ਦਾ ਕੁਝ ਸਵਾਰਿਆ ਨਹੀਂ, ਨਾ ਘਰ ਘਰ ਨੌਕਰੀ ਦਿੱਤੀ, ਨਾ ਸਮੁੱਚੀ ਕਿਸਾਨੀ ਦਾ ਕਰਜ਼ਾ ਮਾਫ ਕੀਤਾ, ਨਾ ਨੌਜਵਾਨਾਂ ਨੂੰ ਮੋਬਾਈਲ ਵੰਡੇ, ਨਾ ਨਸ਼ੇ ਖਤਮ ਕੀਤੇ, ਗੱਲਾਂ ਵੱਡੀਆਂ ਕੀਤੀਆਂ। ਹੁਣ ਕੇਜਰੀਵਾਲ ਸਾਹਿਬ ਕਹਿੰਦੇ ਮੈਂ 6 ਮਹੀਨਿਆਂ 'ਚ ਨਸ਼ਾ ਖਤਮ ਕਰ ਦੂੰਗਾ। ਫਿਰ ਗੱਲ ਉਹੀ ਆ ਗਈ, ਕੈਪਟਨ ਅਮਰਿੰਦਰ ਕਹਿੰਦਾ ਸੀ ਮੈਂ 1 ਮਹੀਨੇ 'ਚ ਖਤਮ ਕਰ ਦੂੰ, ਕੇਜਰੀਵਾਲ ਕਹਿੰਦਾ ਮੇਰੀ ਸਰਕਾਰ ਆ ਗਈ ਮੈਂ 6 ਮਹੀਨਿਆਂ 'ਚ ਨਸ਼ਾ ਖਤਮ ਕਰ ਦੂੰ। ਅਸਲ 'ਚ ਇਹ ਸਾਰੇ ਲਾਰੇ ਨੇ ਔਰ ਪੰਜਾਬ ਦੇ ਲੋਕ ਇਹਨਾਂ ਗੱਲਾਂ ਨੂੰ ਸਮਝ ਚੁੱਕੇ ਨੇ। ਅਸਲ 'ਚ ਸਾਡੇ ਲੀਡਰਾਂ ਕੋਲੇ ਪਾਲਿਸੀ ਨਹੀਂ ਹੈ। ਜਿਵੇਂ ਨਵਜੋਤ ਸਿੰਘ ਸਿੱਧੂ ਪਾਲਿਸੀ ਲੈ ਕੇ ਆਇਆ ਨਾ ਕਿ ਮੈਂ ਅਰਬਨ ਮਜ਼ਦੂਰ ਰੋਜ਼ਗਾਰ ਮਿਸ਼ਨ ਲੈ ਕੇ ਆਇਆ ਨਵਜੋਤ ਸਿੰਘ ਸਿੱਧੂ, ਕਿ ਪੰਜਾਬ 'ਚ ਜਿੰਨੇ ਮਜ਼ਦੂਰ ਨੇ ਮੈਂ ਉਹਨਾਂ ਦੇ BPL ਕਾਰਡ ਬਣਾਉਣੇ ਨੇ, ਮੈਂ ਉਹਨਾਂ ਦੇ PDS ਕਾਰਡ ਬਣਾਉਣੇ ਨੇ, ਤਾਂ ਕਿ ਉਹਨਾਂ ਨੂੰ ਮੁਫਤ ਆਟਾ ਦਾਲ ਮਿਲੇ। ਮਜ਼ਦੂਰਾਂ ਨੂੰ ਵੀ ਜਿਵੇਂ ਪਿੰਡਾਂ 'ਚ ਨਰੇਗਾ ਦੀ ਸਕੀਮ ਚੱਲਦੀ ਹੈ, ਇਸੇ ਤਰ੍ਹਾਂ ਉਹ ਸ਼ਹਿਰਾਂ ਲਈ ਲੈ ਕੇ ਆਈ। ਨਵਜੋਤ ਸਿੰਘ ਸਿੱਧੂ ਕੋਲੇ ਯੋਜਨਾ ਹੈ। ਫਰਕ ਇਹ ਹੈ ਕਿ ਸਾਡੇ ਲੀਡਰਾਂ ਕੋਲੇ ਯੋਜਨਾ ਨਹੀਂ, ਸਾਡੇ ਲੀਡਰ ਹਵਾ 'ਚ ਤਲਵਾਰ ਚਲਾ ਰਹੇ ਨੇ ਵੀ ਅਸੀਂ 1000 ਰੁਪਇਆ ਖਾਤਿਆਂ 'ਚ ਪਾ ਦਿਆਂਗੇ ਜੀ। ਜਿਵੇਂ ਕੈਪਟਨ ਅਮਰਿੰਦਰ ਕਹਿੰਦਾ ਸੀ ਵੀ ਤੁਸੀਂ ਕਿਸ਼ਤਾਂ ਨਾ ਮੋੜਿਓ, ਮੇਰੀ ਸਰਕਾਰ ਆ ਰਹੀ ਹੈ, ਤੁਹਾਡੇ ਸਾਰਿਆਂ ਦੀਆਂ ਕਿਸ਼ਤਾਂ मैं मोड़ूंगा। चंद लोग इसको वो कर रहे हैं, इस किस्म के इंसिडेंट्स कर रहे हैं क्योंकि उनके इरादे नापाक हैं। ऐसे लोगों को पकड़ के उनको सख्त सज़ा दिलवाने की ज़रूरत है। तो सबसे पहले तो मैं पंजाब के लोगों से अपील करूंगा, और मुझे पंजाब के सभी लोगों पे, 3 करोड़ पंजाबियों पे पूरा भरोसा है कि वो किसी भी हालत में इनके नापाक मंसूबों को सफल नहीं होने देंगे, और हम सब लोग आपस में भाईचारा बना के रखेंगे और माहौल को ख़राब नहीं होने देंगे, इनके मंसूबों को कामयाब नहीं होने देंगे। दूसरी ओर लेकिन दुख का विषय ये है, खेद का विषय ये है कि आज पंजाब में एक बहुत कमज़ोर सरकार है, चन्नी सरकार बहुत कमज़ोर सरकार है, और ये लोग आपस में ही लड़ रहे हैं। इनके पास पंजाब को संभालने के लिए समय ही नहीं है। तो कैसे पंजाब को आज एक स्थिर, ईमानदार और सशक्त मजबूत सरकार चाहिए जो कि ऐसे साजिशकर्ताओं के खिलाफ सख्त से सख्त कार्रवाई कर सके। उन्होंने किस प्रकार का खतरा है, मैं इन्होंने क्या मेरी चैकिंग करो ਤੇ ਮੈਨੂੰ ਅੰਦਰ ਜਾਣ ਦਿਓ। ਦੇ ਸਿਰ ਕਿ ਨਹੀਂ ਆਪ ਤੁਸੀਂ ਤਾਂ ਬਾਹਰ ਬੈਠੋ। ਇਹ ਬਹੁਤ ਮਾੜੀ ਗੱਲ ਹੈ, ਚੰਗੀ ਗੱਲ ਨਹੀਂ। ਪ੍ਰਿੰਕ ਸਾਹਿਬ, ਬਾਦਲਾਂ ਦੀ ਬੱਸਾਂ ਨੂੰ ਕਿਉਂ ਪ੍ਰਵਾਨਗੀ ਦਿੱਤੀ ਗਈ ਹੈ ਉੱਥੇ ਤੱਕ? ਇਹ ਤਾਂ ਯਾਰ ਹੁਣ ਮੈਂ ਕੇਜਰੀਵਾਲ ਸਾਹਿਬ ਨਾਲ ਬੈਠ ਕੇ ਹੀ ਤੁਹਾਨੂੰ ਦੱਸ ਸਕਦਾ ਹਾਂ ਕੀ ਰਿਸ਼ਤਾ। ਤੁਹਾਨੂੰ ਪਤਾ ਹੈ ਕਿ ਫਿਰ ਇਹ ਰਿਸ਼ਤਾ ਕੀ ਹੈ, ਤੁਹਾਨੂੰ ਪਤਾ ਹੈ ਕਿ ਸੱਚ ਕੀ ਹੈ। ਜਿਹੜੇ ਉਹ ਲੋਕ ਸਾਨੂੰ ਕਹਿੰਦੇ ਆਪਸ ਵਿੱਚ ਮਿਲੇ ਹੈ, ਮਜੀਠੀਆ ਤੋਂ ਮਾਫੀ ਮੰਗਣਾ, ਅੱਜ ਮਜੀਠੀਆ ਨੂੰ ਜੀ ਕਹਿ ਕੇ ਸੰਬੋਧਨ ਕਰਨਾ, ਤੇ ਉਹਨਾਂ ਦੀਆਂ ਬੱਸਾਂ ਦਿੱਲੀ ਦੇ 에ਅਰਪੋਰਟ ਤੱਕ ਪਹੁੰਚਾਉਣੀ। ਇੱਕ ਬੱਸ 3 ਲੱਖ ਰੁਪਇਆ ਕਮਾ ਰਹੀ ਹੈ, 3000 ਰੁਪਏ ਦੀ ਟਿਕਟ, 52 ਸੀਟਾਂ,
ਗੁਣਾ ਇੰਟੂ 3000 1.5 ਲੱਖ ਰੁਪਏ ਜਾਣ ਦਾ ਤੇ 1.5 ਲੱਖ ਆਉਣ ਦਾ, ਯਾਨੀ ਕਿ 3 ਲੱਖ ਰੁਪਏ 50,000 ਖਰਚਾ ਕੱਢ ਦਿਓ, 2.5 ਲੱਖ ਰੁਪਇਆ ਪ੍ਰਤੀ ਦਿਨ ਬਾਦਲ ਦੀ ਬੱਸ ਕਮਾ ਰਹੀ ਹੈ। 35 ਬੱਸਾਂ ਚੱਲਦੀਆਂ, 35 ਗੁਣਾ 2.5 ਕਰ ਲਓ ਤਾਂ 87.5 ਲੱਖ ਰੁਪਇਆ ਬਣਦਾ। ਸੋ ਆ ਹਾਲਾਤ ਨੇ। ਮੈਂ ਮਿਲਣ ਵਾਸਤੇ ਆਇਆ, ਦੇਖਦੇ ਹਾਂ ਹੁਣ ਕੀ ਕਹਿੰਦੇ। राजा बड़िंग जी को भी पता होगा, पंजाब की सरकार को भी पता है कि ये जो बादलों की बसें हैं, ये बसें पंजाब में 200-250 किलोमीटर चलती हैं, फिर हरियाणा में भी चलती हैं। उनको ना हरियाणा की भारतीय जनता पार्टी सरकार रोकती और ना पंजाब की कांग्रेस की सरकार रोकती, केवल और केवल दिल्ली सरकार रोकती है उनको। पिछले 1 महीने में 115 बसें जब्त किए हैं, 230 बसों के चालान कटे हैं और इलीगल तरीके से दिल्ली में इलीगल चल रही बादलों की बसों के 75 जब्ती तो केवल 3 दिन में हुई है। पिछले केवल 3 दिन में बादलों की 75 बसें जब्त की हैं और 1 महीने में 115 बसें जब्त की हैं। दिल्ली सरकार का तो ये एक्शन है। अब जरा राजा बड़िंग जी ट्रांसपोर्ट मिनिस्टर हैं पंजाब के, वो बताएं कि पंजाब में बादलों की बसें 250-200 किलोमीटर घूमती हैं, उनको कितना पैसा मिलता है, वो उनका चालान क्यों नहीं कटवाते, वो उनको जब्त क्यों नहीं करते। यहाँ पे आके ड्रामा करने की जरूरत है, वहाँ एक्शन लीजिए ना, यहाँ पे आके ड्रामा करने की क्या जरूरत है। ਜੀ ਡਾਲਾ ਸਾਹਿਬ, ਸ਼੍ਰੋਮਣੀ ਸਾਡੀ- ਅਕਾਲੀ ਦਲ ਦੀ ਜੀ। ਇਸ ਸਮੇਂ ਦੀ ਸਿਆਸੀ ਸਥਿਤੀ ਤੇ ਗੱਲਬਾਤ ਕਰ ਲੈਂਦੇ ਆ ਜੀ। ਮਜੀਠੀਆ ਦੀ ਜਿਹੜੀ ਜ਼ਮਾਨਤ ਅਰਜ਼ੀ ਆ ਅਦਾਲਤ ਵੱਲੋਂ ਰੱਦ ਕਰ ਦਿੱਤੀ ਗਈ ਹੈ। ਅੱਗੇ ਹੁਣ ਵਿਕਰਮ ਸਿੰਘ ਮਜੀਠੀਆ ਵਾਸਤੇ ਕੀ ਰਾਹ ਬਚਦਾ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਸਥਿਤੀ ਦੇ ਉੱਪਰ ਜੇ ਆਪਾਂ ਇਸ ਕੇਸ ਨੂੰ ਖਾਸ ਧਿਆਨ ਵਿੱਚ ਰੱਖਦੇ ਹੋਏ ਗੱਲ ਕਰੀਏ ਤਾਂ ਕੀ ਅਸਰ ਪੈ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਸਥਿਤੀ ਦੇ? ਦੇਖੋ, ਪਹਿਲਾਂ ਤਾਂ ਜਗਦੀਸ਼ ਜੀ ਸਾਨੂੰ ਇਹ ਸਮਝਣਾ ਪਊਗਾ ਕਿ ਕੱਲ ਸੈਸ਼ਨਸ ਕੋਰਟ ਤੋਂ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਖਾਰਜ ਹੋ ਗਈ। ਸੋ ਕੱਲ ਸੈਸ਼ਨ ਕੋਰਟ ਨੇ ਉਹਨਾਂ ਦੀ ਜ਼ਮਾਨਤ ਦੀ ਅਰਜ਼ੀ ਰੱਦ ਕਰਤੀ। ਸੋ ਜ਼ਰੂਰ ਅਫਸੋਸ ਹੋਇਆ ਹੋਣਾ ਵਿਕਰਮ ਮਜੀਠੀਆ ਨੂੰ, ਉਹ ਵੀ ਸਧਾਰਨ ਮਨੁੱਖ ਨੇ ਸਾਡੇ ਵਰਗੇ, ਅਫਸੋਸ ਹੁੰਦਾ। ਅੱਜ ਮੈਨੂੰ ਲੱਗਦਾ ਉਹ ਹਾਈ ਕੋਰਟ 'ਚ ਪਟੀਸ਼ਨ ਪਾ ਸਕਦੇ ਨੇ, ਅੱਜ ਪਾ ਲੈਣਗੇ ਜਾਂ ਭਲਕੇ ਪਾ ਲੈਣਗੇ। ਉਹਨਾਂ ਦੇ ਵਕੀਲ ਹੋਰ ਤਿਆਰੀ ਕਰਨਗੇ ਕਿਉਂਕਿ ਵਕੀਲ ਬਹੁਤ ਮਿਹਨਤ ਕਰਦੇ ਨੇ ਆਪਣੇ ਕਲਾਇੰਟਸ ਦੇ ਲਈ। ਸੋ ਵਕੀਲਾਂ ਦੀ ਬੜੀ ਇੱਜ਼ਤ ਹੈ ਸਾਡੀ ਸੁਸਾਇਟੀ 'ਚ। ਹੁਣ ਅਗਰ ਤਾਂ ਹਾਈ ਕੋਰਟ 'ਚ ਅੱਜ ਜਾਂਦੇ ਨੇ, ਫਿਰ ਵੇਖਦੇ ਹਾਂ ਹਾਈ ਕੋਰਟ ਕੀ ਫੈਸਲਾ ਸੁਣਾਉਂਦੀ ਹੈ। ਪਰ ਇਹਦੇ ਦਰਮਿਆਨ ਵਿਕਰਮ ਮਜੀਠੀਏ ਤੇ ਜਿਹੜੀ ਗ੍ਰਿਫਤਾਰੀ ਦੀ ਤਲਵਾਰ ਹੈ ਉਹ ਲਟਕੀ ਹੋਈ ਹੈ, ਕਿਉਂਕਿ ਪੁਲਿਸ ਦੀ ਕੋਸ਼ਿਸ਼ ਹੋਣੀ ਕਿਤੇ ਨਾ ਕਿਤੇ ਕਿ ਅਸੀਂ ਵਿਕਰਮ ਸਿੰਘ ਮਜੀਠੀਏ ਨੂੰ ਗ੍ਰਿਫਤਾਰ ਕਰ ਲਈਏ। ਮੇਰਾ ਤਾਂ ਇਹ ਮੰਨਣਾ ਹੈ ਕਿ ਵਿਕਰਮ ਮਜੀਠੀਏ ਨੂੰ ਖੁਦ ਸਰੈਂਡਰ ਕਰ ਦੇਣਾ ਚਾਹੀਦਾ। ਉਹਦੇ ਨਾਲ ਜਿਹੜਾ ਅਕਾਲੀ ਦਲ ਹੈ, ਅਕਾਲੀ ਦਲ ਆਪਣਾ ਪੱਖ ਲੋਕਾਂ ਦੀ ਕਚਹਿਰੀ 'ਚ ਮਜ਼ਬੂਤੀ ਨਾਲ ਰੱਖ ਸਕਦਾ। ਦੇਖੋ, ਅਦਾਲਤਾਂ ਨੇ ਆਪਣਾ ਕੰਮ ਕਰਨਾ ਹੈ। ਡੈਮੋਕ੍ਰੇਸੀ 'ਚ ਜਨਤਾ ਦੀ ਅਦਾਲਤ ਵੀ ਬਹੁਤ ਵੱਡੀ ਹੁੰਦੀ ਹੈ, ਲੋਕਾਂ ਦੀ ਅਦਾਲਤ ਆਪਾਂ ਕਹਿ ਦਿੰਦੇ ਹਾਂ। ਹੁਣ ਵਿਕਰਮ ਮਜੀਠੀਆ ਹੋਰੀ ਲੋਕਾਂ ਦੀ ਅਦਾਲਤ 'ਚ ਕਹਿ ਰਹੇ ਨੇ ਅਸੀਂ ਨਿਰਦੋਸ਼ ਹਾਂ। ਅਗਰ ਉਹ ਨਿਰਦੋਸ਼ ਨੇ ਤੇ ਉਹ ਅਦਾਲਤ 'ਚ ਸਰੈਂਡਰ ਕਰ ਦੇਣ ਔਰ ਲੋਕਾਂ ਨੂੰ ਕਹਿਣ ਰੈਲੀ ਕਰਕੇ ਵਿਕਰਮ ਮਜੀਠੀਆ ਕਿ ਮੈਂ ਨਿਰਦੋਸ਼ ਹਾਂ ਤੇ ਮੈਂ ਆਤਮ ਸਮਰਪਣ ਕਰਨ ਚੱਲਿਆ, ਜੋ ਅਦਾਲਤ ਦਾ ਫੈਸਲਾ ਹੋਊਗਾ ਮੈਨੂੰ ਮਨਜ਼ੂਰ ਹੋਊਗਾ। ਉਹਦੇ ਨਾਲ ਅਕਾਲੀ ਦਲ ਨੂੰ ਜੀ ਵਿਕਰਮ ਸਿੰਘ ਮਜੀਠੀਆ ਦੇ ਜਿਹੜਾ ਪਰਚਾ ਕੀਤਾ ਝੂਠਾ, ਵੈਸੇ ਤੇ ਬੱਚਾ ਜਾਣਦਾ, ਪਰ ਪੰਜਾਬ ਸਰਕਾਰ ਜਾਂਦਿਆਂ ਜਿਹੜੀ ਆ ਆਪਣੀ ਜਿੱਦ ਪਕਾਉਣ, ਨਵਜੋਤ ਸਿੱਧੂ ਵਰਗੇ, ਸੁੱਖੀ ਰੰਧਾਵੇ ਵਰਗੇ ਆਪਣੀ ਜਿੱਦ ਪਕਾਉਣੀ ਚਾਹੁੰਦੇ ਆ। ਪਰ ਇਹ ਜਿੱਦਾਂ ਜਿਹੜਾ ਵਾ ਪੰਜਾਬ ਨੂੰ ਕਿੱਥੇ ਲੈ ਕੇ ਜਾ ਰਹੀਆਂ। ਬੇਅਦਬੀਆਂ ਹੋ ਗਈਆਂ, 200 ਤੋਂ ਵੱਧ ਬੇਅਦਬੀਆਂ ਹੋ ਗਈਆਂ ਇਹਨਾਂ ਦੀ ਸਰਕਾਰ ਦੌਰਾਨ, ਕਿਸੇ ਦਾ ਪਤਾ ਨਹੀਂ ਲੱਗਾ। ਇਹ ਜਿਹੜੀ ਦਰਬਾਰ ਸਾਹਿਬ ਏਡੀ ਘਿਨਾਉਣੀ ਘਟਨਾ ਹੋਈ ਆ, ਚਾਹੀਦਾ ਤੇ ਸਾਰੀ ਸਰਕਾਰ ਸਾਰੀ ਪੁਲਿਸ ਉੱਥੇ ਲੱਗਦੀ, ਬਜਾਏ ਉਹਦੇ ਅੱਧੀ ਰਾਤ ਨੂੰ ਵਿਕਰਮ ਸਿੰਘ ਤੇ ਪਰਚਾ ਕਰਤਾ। ਦੇਖੋ, ਬੜੀ ਵਧੀਆ ਗੱਲ ਆ। ਸਿਆਸਤ ਜਿਹੜੀ ਆ ਇੰਨੀ ਗੰਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ। ਮੈਂ ਵੇਖ ਰਿਹਾ, ਬਿਆਨ ਪੜ੍ਹ ਰਿਹਾ, ਬੀਜੇਪੀ ਦੇ ਪ੍ਰਧਾਨ ਸਾਹਿਬ ਨੇ ਕਿਹਾ ਕਿ ਇਹ ਜਿਹੜੀ ਗੰਦੀ ਰਾਜਨੀਤੀ ਕੀਤੀ ਆ, ਮਾਸਟਰ ਮੋਹਨ ਲਾਲ ਜੀ ਨੇ ਵੀ ਕਿਹਾ ਔਰ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ, ਆਮ ਆਦਮੀ ਪਾਰਟੀ ਨੇ ਵੀ ਕਿਹਾ। ਇਹਨਾਂ ਨੂੰ ਇਕੱਲੀ ਜਿਹੜੀ ਰਾਸ ਨਹੀਂ ਆ ਰਹੀ ਆਪਦੀ ਹਾਰ, ਬਾਕੀ ਤੇ ਮੰਨ ਕੇ ਬੈਠੀ ਹੈ। ਦੇਖੋ, ਗੱਲ ਇਸ ਤਰ੍ਹਾਂ ਹੈ, ਇਹ ਤੇ ਪੁਰਾਣੀ ਇੱਕ ਰਿਪੋਰਟ ਹੈ, ਜਿਹੜੀ ਰਿਪੋਰਟ ਦੇ ਉੱਤੇ ਇਹ ਬੁਨਿਆਦ, ਇਹ ਰਿਪੋਰਟ 4-5 ਸਾਲ ਪੁਰਾਣੀ, ਇਹ ਜਗਦੀਸ਼ ਸਿੰਘ ਭੋਲੇ ਦੇ ਸਟੇਟਮੈਂਟਸ ਦੇ ਉੱਤੇ ਬੇਸਡ ਹੈ ਤੇ ਇਹ ਬੇਸਡ ਹੈ ਈਡੀ ਦੀਆਂ ਜਿਹੜੀ ਇਨਵੈਸਟੀਗੇਸ਼ਨ ਨਿਰੰਜਨ ਸਿੰਘ ਜੀ ਨੇ ਕੀਤੀਆਂ ਨੇ, ਇਹਦੀ ਇਨਵੈਸਟੀਗੇਸ਼ਨ ਹਰਪ੍ਰੀਤ ਸਿੰਘ ਸਿੱਧੂ ਨੇ ਕੀਤੀ, ਉਹਦੇ ਤੇ ਬੇਸਡ ਇਹ ਹੈ। ਮੈਂ ਸਮਝਦਾ ਕਿ
law will take its own course. ਇਸ ਚੀਜ਼ ਗਵਰਨਮੈਂਟ ਪ੍ਰੂਵ ਕਰੇਗੀ। ਉੱਥੇ ਜਿਹੜੇ ਜਿਹਦੇ ਤੇ ਕੇਸ ਹੋਇਆ ਉਹ ਆਪਣੀ ਦਲੀਲ ਦੇਗਾ, ਗਵਰਨਮੈਂਟ ਆਪਣੀ ਦਲੀਲ ਦੇਗੀ। ਲੈਟ ਦ ਕੋਰਟਸ ਡਿਸਾਈਡ, ਕਿਉਂਕਿ ਇਹ ਹੁਣ ਕਚਹਿਰੀ ਦੇ ਸਾਹਮਣੇ ਸੰਗਿਆਨ ਕਚਹਿਰੀ ਲੈਗੀ। ਇਹਦੇ ਤੇ ਤੁਹਾਨੂੰ ਦੋ ਰਾਏ ਲੱਗਦੀਆਂ ਨੇ? ਨਹੀਂ, ਵੇਖੋ ਇਸ ਟਾਈਮ ਤੇ ਕਲੀਅਰ ਕੱਟ ਗੱਲ ਨਜ਼ਰ ਆ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਜੀ ਜੇ ਚਾਹੁੰਦੇ ਤੇ ਇਹ ਸਾਰੀ ਤਮਾਮ ਪੰਜਾਬੀਆਂ ਦੀ ਡਿਮਾਂਡ ਸੀ ਕਿ ਜਿਹੜੇ ਬੰਦੇ ਤਸਕਰਾਂ ਨਾਲ ਰਲੇ ਨੇ, ਜਿਨ੍ਹਾਂ ਸਾਡੀਆਂ ਜਨਰੇਸ਼ਨਸ ਤਬਾਹ ਕੀਤੀਆਂ ਨੇ, ਉਹਨਾਂ ਬੰਦਿਆਂ ਨੂੰ ਸਾਹਮਣੇ ਲਿਆਇਆ ਜਾਏ। ਤੇ ਕੈਪਟਨ ਸਾਹਿਬ ਨੇ ਇਹ ਯਕੀਨ ਦਿਵਾਇਆ ਸੀ ਗੁਟਕਾ ਸਾਹਿਬ ਹੱਥੇ ਰੱਖ ਕੇ, ਜੇ ਨਹੀਂ ਕਰ ਪਾਏ ਤੇ ਉਹਨਾਂ ਨੂੰ ਬਹੁਤ ਵੱਡੀ ਇਸ ਗੱਲ ਦੀ ਪੋਲੀਟੀਕਲ ਸਜ਼ਾ ਵੀ ਮਿਲੀ ਹੈ। ਉਹ ਸਿਆਸੀ ਸਵਾਲ ਇਹ ਸੋਸ਼ਲ ਮੀਡੀਆ ਤੇ ਲੋਕਾਂ ਨੇ ਚੁੱਕਣੇ ਸ਼ੁਰੂ ਕਰ ਦਿੱਤੇ ਕਿ ਜੇ ਮਜੀਠੀਆ ਸੱਚੇ ਨੇ ਤਾਂ ਉਹ ਪੇਸ਼ ਹੋ ਜਾਣ ਪੁਲਿਸ ਦੇ ਸਾਹਮਣੇ। ਬੜੇ ਵੱਡੇ ਸਵਾਲ ਉੱਠ ਰਹੇ ਨੇ, ਆਮ ਲੋਕ ਵੀ ਉਠਾ ਰਹੇ ਨੇ। ਦੇਖੋ, ਗੱਲ ਸੱਚ ਜਾਂ ਝੂਠ ਦਾ ਫੈਸਲਾ ਤਾਂ ਅਦਾਲਤ ਨੇ ਕਰਨਾ। ਮੈਂ ਕਰਮ ਦੀ ਗੱਲ ਕਰਦਾ। ਬਿਕਰਮ ਮਜੀਠੀਆ ਲੋਕਾਂ ਸਾਹਮਣੇ ਗੱਲ ਕਰਨ ਕਿ ਮੈਂ ਅਦਾਲਤ 'ਚ ਜਾ ਰਿਹਾ, ਪੇਸ਼ ਹੋਣ ਜਾ ਰਿਹਾ, ਜੋ ਅਦਾਲਤ ਦਾ ਫੈਸਲਾ ਹੋ ਮੈਨੂੰ ਮਨਜ਼ੂਰ ਹੋਊਗਾ। ਉਹਦੇ ਨਾਲ ਅਕਾਲੀ ਦਲ ਕੋਲੇ ਇੱਕ ਪੋਲੀਟੀਕਲ ਤਾਕਤ ਬਣੂਗੀ ਵੀ ਦੇਖੋ ਬਿਕਰਮ ਮਜੀਠੀਆ ਨੇ ਅਦਾਲਤ ਦਾ ਸਨਮਾਨ ਕੀਤਾ ਔਰ ਆਪਣੇ ਆਪ ਨੂੰ ਸਰੈਂਡਰ ਕਰਤਾ। ਹਾਲਾਂਕਿ ਜਿਹੜੀ ਜ਼ਮਾਨਤ ਹੈ, ਜ਼ਮਾਨਤ ਵੀ ਅਧਿਕਾਰ ਹੈ ਵਿਅਕਤੀ ਦਾ, ਉਹ ਜ਼ਮਾਨਤ ਮੰਗ ਸਕਦਾ ਅਦਾਲਤ ਤੋਂ। ਪਰ ਜਿਹੜੇ ਪੋਲੀਟੀਕਲ ਹਾਲਾਤ ਨੇ ਪੰਜਾਬ ਦੇ ਜਿਸ ਤਰ੍ਹਾਂ ਦੇ ਬਣੇ ਹੋਏ, ਮੈਂ ਉਹਦੇ ਹਿਸਾਬ ਨਾਲ ਆਪਣਾ ਓਪੀਨੀਅਨ ਦੇ ਰਿਹਾ। ਹੋ ਸਕਦਾ ਹੈ ਸਾਰੇ ਲੋਕ ਮੇਰੇ ਓਪੀਨੀਅਨ ਤੋਂ ਸੰਤੁਸ਼ਟ ਨਾ ਹੋਣ, ਪਰ ਅਗਰ ਬਿਕਰਮ ਮਜੀਠੀਆ ਆਪਣੇ ਆਪ ਨੂੰ ਅਦਾਲਤ 'ਚ ਪੇਸ਼ ਕਰ ਦੇਣ, ਸਰੈਂਡਰ ਕਰ ਦੇਣ, ਤੇ ਪੋਲੀਟੀਕਲੀ ਅਕਾਲੀ ਦਲ ਨੂੰ ਫਾਇਦਾ ਹੋਊਗਾ। ਅਗਰ ਜ਼ਮਾਨਤਾਂ ਖਾਰਜ ਹੋ ਗਈਆਂ, ਹਾਈ ਕੋਰਟ ਤੋਂ ਖਾਰਜ ਹੋ ਗਈ, ਕੱਲ ਨੂੰ ਅਗਰ ਸੁਪਰੀਮ ਕੋਰਟ 'ਚ ਵੀ ਆਉਂਦੇ ਦਿਨਾਂ 'ਚ ਖਾਰਜ ਹੋ ਜਾਂਦੀ ਹੈ, ਤੇ ਫਿਰ ਇੱਕੋ ਹੀ ਰਾਹ ਬਚਣਾ ਹੈ, ਬਿਕਰਮ ਮਜੀਠੀਆ ਨੂੰ ਫਿਰ ਵੀ ਸਰੈਂਡਰ ਕਰਨਾ ਪਊਗਾ ਜਾਂ ਪੁਲਿਸ ਗ੍ਰਿਫਤਾਰ ਕਰੂਗਾ। ਉਸ ਰੂਪ 'ਚ ਅਕਾਲੀ ਦਲ ਕੋਲੇ ਆਪਣੇ ਬਚਾਅ ਦੇ ਲਈ ਲੋਕਾਂ ਦੀ ਕਚਹਿਰੀ 'ਚ ਸ਼ਬਦ ਘਟ ਜਾਣਗੇ। ਅਗਰ ਅਦਾਲਤ 'ਚ ਆਤਮ ਸਮਰਪਣ ਕਰਦੇ ਨੇ ਤੇ ਅਕਾਲੀ ਹਰ ਮੰਚ ਤੋਂ ਕਹਿ ਸਕਦੇ ਨੇ ਕਿ ਬਿਕਰਮ ਮਜੀਠੀਆ ਬੇਕਸੂਰਾ ਸੀ ਔਰ ਅਦਾਲਤ 'ਚ ਸਰੈਂਡਰ ਕੀਤਾ, ਅਦਾਲਤ ਤੇ ਪੂਰਾ ਭਰੋਸਾ ਹੈ। ਉਹਦੇ ਨਾਲ ਜਿੰਨੀ ਦੇਰ ਚੋਣਾਂ ਹੋਣਗੀਆਂ, ਅਕਾਲੀ ਦਲ ਚੋਣਾਂ 'ਚ ਲੋਕਾਂ 'ਚ ਇਹ ਗੱਲ ਲਿਜਾ ਸਕਦਾ ਹੈ ਕਿ ਬਿਕਰਮ ਮਜੀਠੀਆ ਬੇਕਸੂਰ ਹੈ, ਇਸ ਕਰਕੇ ਅਸੀਂ ਅਦਾਲਤ 'ਚ ਪੇਸ਼ ਹੋਏ ਹਾਂ ਤੇ ਅਸੀਂ ਆਤਮ ਸਮਰਪਣ ਕੀਤਾ, ਸਾਡੇ ਤੇ ਝੂਠਾ ਕੇਸ ਹੈ, ਅਦਾਲਤ 'ਚ ਅਸੀਂ ਸੱਚੇ ਹੋ ਕੇ ਨਿਕਲਾਂਗੇ। ਹਾਲਾਂਕਿ ਇਹ ਫੈਸਲਾ ਅਦਾਲਤ ਨੇ ਕਰਨਾ ਹੈ ਕੇਸ ਸੱਚਾ ਹੈ ਜਾਂ ਝੂਠਾ। ਪਰ ਅਗਰ ਬਿਕਰਮ ਮਜੀਠੀਆ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਜਾਂ ਉਹਨਾਂ ਦੀ ਜ਼ਮਾਨਤ ਨਹੀਂ ਹੁੰਦੀ, ਫਿਰ ਅਕਾਲੀ ਦਲ ਕੋਲੇ ਕੋਈ ਸ਼ਬਦ ਜ਼ਿਆਦਾ ਨਹੀਂ ਹੋਣੇ ਲੋਕਾਂ ਦੀ ਕਚਹਿਰੀ 'ਚ ਜਾ ਕੇ ਬੋਲਣ ਨੂੰ, ਕਿਉਂਕਿ ਚੋਣਾਂ ਆ ਰਹੀਆਂ ਨੇ। ਬਹੁਤ ਜਲਦ ਚੋਣ ਜ਼ਾਬਤਾ ਲੱਗ ਜਾਣਾ। ਇਸ ਕਰਕੇ ਮੈਂ ਸਿਆਸੀ ਗੱਲ ਹੈ ਜਿਹੜੀ ਐਨਾਲਿਸਿਸ ਹੈ ਜਿਹੜਾ ਉਹ ਵੀ ਤੁਹਾਡੇ ਸਾਹਮਣੇ ਰੱਖਿਆ। ਜੀ ਜੀ ਡੱਲਾ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਪੰਜਾਬ ਦੀਆਂ ਪ੍ਰਮੁੱਖ ਸਿਆਸੀ ਖਬਰਾਂ ਦੇ ਉੱਪਰ ਆਪਣੇ ਵਿਚਾਰ ਰੱਖਣ ਲਈ। ਬਹੁਤ ਬਹੁਤ ਧੰਨਵਾਦ ਡੱਲਾ ਸਾਹਿਬ। ਬਹੁਤ ਬਹੁਤ ਧੰਨਵਾਦ ਜਗਜੀਤ ਜੀ।